ਸਤਿ ਸ਼੍ਰੀ ਅਕਾਲ। ਮੈਂ ਪ੍ਰਦੀਪ ਸਿੰਘ ਤੰਜਲ, ਤੁਹਾਡਾ ਜਾਵਾਸਕ੍ਰਿਪਟ ਇੰਸਟ੍ਰਕਟਰ। ਅੱਜ ਦੇ ਇਸ ਲੈਕਚਰ ਵਿੱਚ ਗੱਲ ਕਰਾਂਗੇ ਜਾਵਾਸਕ੍ਰਿਪਟ ਫੰਕਸ਼ਨਸ ਬਾਰੇ ਕਿ ਫੰਕਸ਼ਨਸ ਨੂੰ ਅਸੀਂ ਪ੍ਰੋਗਰਾਮ ਅੰਦਰ ਕਿਸ ਤਰ੍ਹਾਂ ਵਰਤ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਇਹਦੀ ਪਰਿਭਾਸ਼ਾ ਦੇਖਾਂਗੇ, ਇਹਦੀ ਡੈਫੀਨੇਸ਼ਨ ਦੇਖਾਂਗੇ ਕੀ ਹੁੰਦੀ ਹੈ। In JavaScript, a function allows you to define a block of code, give it name and then execute it as many times as you want. ਸੋ ਜੇ ਸਧਾਰਨ ਭਾਸ਼ਾ ਵਿੱਚ ਗੱਲ ਕਰੀਏ ਤਾਂ ਫੰਕਸ਼ਨ ਇੱਕ ਗਰੁੱਪ ਆਫ ਕੋਡ ਹੈ ਜਿਸ ਨੂੰ ਅਸੀਂ ਰੀਯੂਜ਼ ਕਰ ਸਕਦੇ ਹਾਂ, ਜਦੋਂ ਚਾਹੀਏ ਜਿੱਥੇ ਚਾਹੀਏ ਇਹਨੂੰ ਵਰਤ ਸਕਦੇ ਹਾਂ। ਸੋ ਅਗਰ ਅਸੀਂ ਸਧਾਰਨ ਲੈਂਗੁਏਜ ਵਿੱਚ ਗੱਲ ਕਰੀਏ ਜਾਂ ਸਧਾਰਨ ਪਰਿਭਾਸ਼ਾ ਵਿੱਚ ਗੱਲ ਕਰੀਏ ਤਾਂ ਮੰਨ ਲਓ ਇੱਕ ਦਫ਼ਤਰ ਮੋਹਰੇ ਬੈਠਾ ਚਪੜਾਸੀ, ਉਹਦਾ ਕੰਮ ਕੀ ਹੈ? ਜਦੋਂ ਅਫਸਰ ਨੇ ਆਵਾਜ਼ ਮਾਰਨੀ ਹੈ ਤਾਂ ਉਸਨੇ ਜਾਣਾ ਹੈ। ਜਦੋਂ ਅਫਸਰ ਘੰਟੀ ਮਾਰੇਗਾ ਤਾਂ ਚਪੜਾਸੀ ਉੱਠ ਕੇ ਉਹਦੀ ਗੱਲ ਸੁਣਨ ਵਾਸਤੇ ਜਾਏਗਾ ਔਰ ਸੁਣ ਕੇ ਗੱਲ ਫਿਰ ਬਾਹਰ ਬੈਠ ਜਾਏਗਾ। ਉਸ ਤੋਂ ਬਾਅਦ ਅਗਰ ਫਿਰ ਦੁਬਾਰਾ ਉਹ ਬੈਲ ਮਾਰਦਾ ਹੈ ਜਾਂ ਘੰਟੀ ਵਜਾਉਂਦਾ ਹੈ ਤਾਂ ਚਪੜਾਸੀ ਉਸਦੀ ਗੱਲ ਸੁਣ ਜਾਏਗਾ। ਯਾਨੀ ਕਿ ਉਹਦਾ ਇੱਕ ਕੰਮ ਡਿਫਾਈਨ ਕਰਤਾ ਗਿਆ, ਉਹਦਾ ਇੱਕ ਕੰਮ ਨੂੰ ਦੇ ਲਈ ਨਿਯੁਕਤ ਕਰਤਾ ਗਿਆ ਹੈ ਕਿ ਤੂੰ ਜਦੋਂ ਵੀ ਅਫਸਰ ਕਾਲ ਕਰੇ ਤਾਂ ਤੂੰ ਉਹਦੀ ਗੱਲ ਸੁਣਨ ਵਾਸਤੇ ਜਾਣਾ ਹੈ। ਕਾਲ ਕੌਣ ਕਰਦਾ ਹੈ? ਅਫਸਰ। ਤੇ ਫੰਕਸ਼ਨ ਕਿਹੜਾ ਹੈ? ਚਪੜਾਸੀ। ਸੋ ਅਸੀਂ ਜੇ ਗੱਲ ਕਰੀਏ ਡੈਫੀਨੇਸ਼ਨ ਦੀ ਤਾਂ ਡੈਫੀਨੇਸ਼ਨ ਇਹਦੀ ਸੌਖੀ ਵੀ ਹੋ ਸਕਦੀ ਜਿਸ ਤਰ੍ਹਾਂ ਨੀਚੇ ਲਿਖੀ ਹੋਈ ਹੈ। ਇਹ ਫੰਕਸ਼ਨ ਇਜ਼ ਏ ਗਰੁੱਪ ਆਫ ਰੀਯੂਜ਼ੇਬਲ ਕੋਡ which can be called anywhere in your program. ਸੋ ਸਭ ਤੋਂ ਪਹਿਲਾਂ ਫੰਕਸ਼ਨ ਨੂੰ ਡਿਫਾਈਨ ਕਿਸ ਤਰ੍ਹਾਂ ਕਰਨਾ? ਫੰਕਸ਼ਨ ਨੂੰ ਡਿਫਾਈਨ ਕਰਨ ਵਾਸਤੇ ਸਾਡੇ ਕੋਲ ਇੱਕ ਕੀਵਰਡ ਯੂਜ਼ ਕਰਨਾ ਅਸੀਂ ਫੰਕਸ਼ਨ। ਅਸੀਂ ਫੰਕਸ਼ਨ ਕੀਵਰਡ ਯੂਜ਼ ਕਰਕੇ फंक्शन ਨੂੰ डिफाइन कर सकते। सो सिंटैक्स देखिए, डिफाइनिंग ए फंक्शन, फंक्शन एंड फंक्शन नेम, करली ब्रैकेट शुरू और कोड टू बी एग्जीक्यूटेड। जो भी तुसी फंक्शन विच कोड डिफाइन करना वो इन बिटवीन करली ब्रैकेट स्टार्ट एंड करली ब्रैकेट बंद दे अंदर डिफाइन करना। सो कॉल किस तरह करना है? फंक्शन नेम दे नाल कॉल करना। जो भी फंक्शन नेम दिता होएगा इत्थे हुण तुसी इत्थे लिख के उहनूं ब्रैकेट ਦੇ ਨਾਲ ਕਾਲ ਕਰ ਸਕਦੇ ਹੋ। ਸੋ ਇੱਥੇ ਪ੍ਰੋਗਰਾਮ ਦਿੱਤਾ ਹੈ, ਦੇਖਦੇ ਹਾਂ ਇੱਕ। ਹੈਲੋ ਵਰਲਡ। ਜਦੋਂ ਵੀ ਪ੍ਰੋਗਰਾਮ ਚੱਲਿਆ ਉਦੋਂ ਕੀ ਹੋਇਆ? ਹੈਲੋ ਵਰਲਡ। ਅਸੀਂ ਦੇਖਦੇ ਹਾਂ ਇਹਦਾ ਸੋਰਸ ਕੋਡ। ਸੋ ਇੱਥੇ ਅਸੀਂ ਦੇਖਦੇ ਹਾਂ ਕਿ ਇੱਕ HTML ਸ਼ੁਰੂ ਕੀਤਾ, ਬਾਡੀ, ਉਸ ਤੋਂ ਬਾਅਦ H1 से लिखा है कि डेमो जावास्क्रिप्ट फंक्शन, एक स्क्रिप्ट लिखी है और फंक्शन नेम शो मैसेज और अलर्ट ਦੇ ਵਿੱਚ ਅਸੀਂ ਹੈਲੋ ਵਰਲਡ ਲਿਖਿਆ ਹੋਇਆ। ਅਸੀਂ ਜਿੰਨੀ ਵਾਰੀ ਵੀ ਇਹਨੂੰ ਕਾਲ ਕਰਾਂਗੇ, ਚਾਹੇ ਇੱਕ ਵਾਰੀ ਲਿਖਾਂਗੇ, ਦੋ ਵਾਰੀ ਲਿਖਾਂਗੇ, ਤਿੰਨ ਵਾਰੀ ਲਿਖਾਂਗੇ, ਚਾਰ ਵਾਰੀ ਲਿਖਾਂਗੇ, ਜਿੰਨੀ ਵਾਰੀ ਵੀ ਇਹਨੂੰ ਕਾਲ ਕਰਾਂਗੇ ਇਹਨੇ ਉਹੀ ਮੈਸੇਜ ਡਿਸਪਲੇ ਕਰਾਉਣਾ, ਹੈਲੋ ਵਰਲਡ। ਯਾਨੀ ਦਫ਼ਤਰ ਮੋਹਰੇ ਬਾਹਰ ਬੈਠਾ ਚਪੜਾਸੀ ਜਿੰਨੀ ਵਾਰੀ ਉਹ ਆਵਾਜ਼ ਲਗਾਏਗਾ ਆਫੀਸਰ, ਚਪੜਾਸੀ ਨੂੰ ਉਨੀ ਵਾਰੀ ਹੀ ਜਾਣਾ ਪਏਗਾ। ਸੋ ਨੈਕਸਟ ਹੈ ਫੰਕਸ਼ਨ ਪੈਰਾਮੀਟਰਸ। ਇਹ ਤਾਂ ਹੋ ਗਿਆ ਸਿੰਪਲ ਫੰਕਸ਼ਨ, ਅਸੀਂ ਫੰਕਸ਼ਨਸ ਨੂੰ ਡਿਫਾਈਨ ਕਰਤਾ, ਫੰਕਸ਼ਨ ਨੂੰ ਕਾਲ ਕਰਤਾ। ਫੰਕਸ਼ਨਸ ਦੇ ਪੈਰਾਮੀਟਰਸ ਵੀ ਅਸੀਂ ਪਾਸ ਕਰ ਸਕਦੇ ਹਾਂ ਕਿ ਫੰਕਸ਼ਨਸ ਨੂੰ ਇੱਕੋ ਵੈਲਿਊ ਨਾ ਦੇ ਕੇ ਅਸੀਂ ਜਦੋਂ ਵੀ ਫੰਕਸ਼ਨ ਨੂੰ ਕਾਲ ਕਰੀਏ ਤਾਂ ਅਸੀਂ ਅਲੱਗ ਵੈਲਿਊ ਦੇ ਕੇ ਉਹਨੂੰ ਕਾਲ ਕਰੀਏ। ਸੋ ਫੰਕਸ਼ਨ ਪੈਰਾਮੀਟਰਸ ਕੀ ਹੁੰਦੇ ਨੇ? ਇਹ ਫੰਕਸ਼ਨ ਕੈਨ ਹੈਵ ਵਨ ਔਰ ਮੋਰ ਪੈਰਾਮੀਟਰ। ਸਭ ਤੋਂ ਪਹਿਲਾਂ ਕਿ ਫੰਕਸ਼ਨ ਦੇ ਵਿੱਚ ਇੱਕ ਜਾਂ ਦੋ ਤੋਂ ਜ਼ਿਆਦਾ ਪੈਰਾਮੀਟਰ ਅਸੀਂ ਪਾਸ ਕਰ ਸਕਦੇ। ਜਿਵੇਂ ਇੱਥੇ ਐਗਜ਼ਾਮਪਲ ਵਿੱਚ ਦੇਖ ਰਹੇ ਹੋ ਤੁਸੀਂ, ਫਸਟ ਨੇਮ, ਲਾਸਟ ਨੇਮ, ਹੋਰ ਪੈਰਾਮੀਟਰ ਵੀ ਤੁਸੀਂ ਪਾਸ ਕਰ ਸਕਦੇ ਹੋ। which will be supplied by a calling code and can be used inside a function. ਜਦੋਂ ਵੀ ਤੁਸੀਂ ਇਸ ਫੰਕਸ਼ਨ ਨੂੰ ਕਾਲ ਕਰਨਾ ਹੈ, ਸ਼ੋ ਮੈਸੇਜ ਨੂੰ ਕਾਲ ਕਰਨਾ ਹੈ, ਤਾਂ ਉਹਦੇ ਵਿੱਚ ਜਿਹੜੇ ਪੈਰਾਮੀਟਰ ਪਾਸ ਕਰਾਂਗੇ ਉਹ ਫਸਟ ਨੇਮ ਤੇ ਲਾਸਟ ਨੇਮ ਨੂੰ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਣਗੇ। JavaScript is a dynamic type scripting language, so a function parameter can have value of any data type. ਔਰ ਇੱਥੇ ਤੁਸੀਂ ਡਿਫਾਈਨ ਕੀਤਾ ਹੋਇਆ ਪੈਰਾਮੀਟਰ ਔਰ ਇੱਥੇ ਜਦੋਂ ਅਸੀਂ ਕਾਲ ਕਰਦੇ ਹਾਂ ਉਸ ਨੂੰ ਅਸੀਂ ਇਹ ਵੈਲਿਊ ਪਾਸ ਕੀਤੀਆਂ ਹੋਈਆਂ ਸੀ। तो एक डायनामिक स्क्रिप्टिंग है, ਇਹਦੇ ਵਿੱਚ ਕੋਈ ਬੰਦਿਸ਼ ਨਹੀਂ ਹੈ ਕਿ ਤੁਸੀਂ
ਇੱਕ ਇੱਕ ਪਾਰਟਿਕੂਲਰ ਡਾਟਾ ਟਾਈਪ ਹੀ ਦੀਆਂ ਵੈਲਿਊ ਨੂੰ ਹੀ ਪਾਸ ਆਊਟ ਕਰਨਾ ਤੁਸੀਂ ਕੋਈ ਵੀ ਕਰ ਸਕਦੇ। ਜਿਸ ਤਰ੍ਹਾਂ ਇੱਥੇ ਪਾਸ ਕੀਤੀ ਸੇਮ ਫੰਕਸ਼ਨ ਨੇਮ ਹੈ, ਇੱਥੇ ਮੈਂ ਨੰਬਰ ਪਾਸ ਕੀਤਾ ਹੈ ਔਰ ਇੱਥੇ ਮੈਂ ਸਟ੍ਰਿੰਗ ਪਾਸ ਕੀਤਾ, ਇੱਥੇ ਵੀ ਮੈਂ ਸਟ੍ਰਿੰਗ ਪਾਸ ਕੀਤਾ। ਸੋ ਦੇਖਦੇ ਹਾਂ, hello Steve Jobs, hello Bill Gates, and hello 100 and 200। ਰਾਈਟ ਕਲਿਕ, ਵਿਊ ਸੋਰਸ ਦੇਖਦੇ ਹਾਂ ਇਹਦਾ ਕੀ ਹੈ। ਸੋ ਇਹਦੇ ਵਿੱਚ ਅਸੀਂ ਕੀ ਕੀਤਾ ਹੋਇਆ, ਸਕ੍ਰਿਪਟ ਲਿਖੀ ਹੋਈ ਹੈ, ਸਕ੍ਰਿਪਟ ਦੇ ਅੰਦਰ ਇੱਕ ਫੰਕਸ਼ਨ ਡਿਫਾਈਨ ਕੀਤਾ ਔਰ ਜਿਹਦੇ ਅੰਦਰ ਅਸੀਂ ਪੈਰਾਮੀਟਰ ਪਾਸ ਕੀਤੇ ਹੋਏ, ਫਰਸਟ ਨੇਮ ਐਂਡ ਲਾਸਟ ਨੇਮ। ਅਲਰਟ ਹੈਲੋ ਫਰਸਟ ਨੇਮ ਪਲੱਸ ਲਾਸਟ ਨੇਮ, ਜੋ ਵੀ ਤੁਸੀਂ ਫਰਸਟ ਨੇਮ ਤੇ ਲਾਸਟ ਨੇਮ ਨੂੰ ਪਾਓਗੇ ਉਹ ਅਲਰਟ ਦੇ ਵਿੱਚ ਐਜ਼ ਇਟ ਇਜ਼ ਸ਼ੋ ਹੋ ਜਾਏਗਾ। ਸਭ ਤੋਂ ਪਹਿਲਾਂ ਅਸੀਂ ਮੈਸੇਜ ਸ਼ੋ ਮੈਸੇਜ ਦੇ ਅੰਦਰ ਕੀ ਪਾਸ ਕੀਤਾ, ਸਟੀਵ ਐਂਡ ਜੌਬਸ, ਦੋ ਪੈਰਾਮੀਟਰ ਪਾਸ ਕੀਤੇ। ਜਦੋਂ ਫੰਕਸ਼ਨ ਇੱਥੇ ਕਾਲ ਹੋਏਗਾ ਤਾਂ ਆਟੋਮੈਟਿਕਲੀ ਸਟੀਵ ਐਂਡ ਜੌਬਸ ਫਰਸਟ ਨੇਮ ਤੇ ਲਾਸਟ ਨੇਮ ਨੂੰ ਪਾਸ ਹੋ ਜਾਣਗੇ ਔਰ ਇੱਥੇ ਅਲਰਟ ਦੇ ਅੰਦਰ ਸ਼ੋ ਕਰ ਦੇਗਾ ਸਾਨੂੰ। ਦੂਸਰਾ, ਜਦੋਂ ਦੂਸਰੀ ਵਾਰੀ ਸ਼ੋ ਮੈਸੇਜ ਕਾਲ ਹੋਏਗਾ ਉਹਨੂੰ ਅਸੀਂ ਅਲੱਗ ਤੋਂ ਪੈਰਾਮੀਟਰ ਪਾਸ ਕੀਤੇ ਆ, ਬਿਲ ਐਂਡ ਗੇਟਸ। ਇਹ ਦੋਵੇਂ ਪੈਰਾਮੀਟਰ ਬਿਲ ਐਂਡ ਗੇਟਸ ਜਿਹੜੇ ਹੈਗੇ ਆ ਫਰਸਟ ਨੇਮ ਤੇ ਲਾਸਟ ਨੇਮ ਨੂੰ ਪਾਸ ਹੋ ਜਾਣਗੇ। ਸੋ ਤੀਸਰੀ ਵਾਰੀ ਅਸੀਂ ਜਦੋਂ ਕਾਲ ਕੀਤਾ ਫੰਕਸ਼ਨ ਨੂੰ 100 ਐਂਡ 200 ਪਾਸ ਕੀਤਾ, ਇਹ ਐਜ਼ ਇਟ ਇਜ਼ ਫਰਸਟ ਨੇਮ ਤੇ ਲਾਸਟ ਨੇਮ ਨੂੰ ਪਾਸ ਹੋ ਜਾਣਗੇ। ਸੋ ਕਹਿਣ ਤੋਂ ਭਾਵ ਹੈ ਕਿ ਜਿੰਨੀ ਵਾਰੀ ਵੀ ਅਸੀਂ ਸ਼ੋ ਮੈਸੇਜ ਨੂੰ ਕਾਲ ਕਰਾਂਗੇ ਉਹਦੇ ਵਿੱਚ ਜਿਹੜੇ ਪੈਰਾਮੀਟਰਸ ਪਾਸ ਕਰਾਂਗੇ ਉਹ ਉਹਨੂੰ ਚਲੇ ਜਾਣਗੇ। ਚਪੜਾਸੀ ਕੋਲੋਂ ਅਫਸਰ ਚਾਹੇ ਪਾਣੀ ਮੰਗਵਾ ਲਵੇ ਚਾਹੇ ਚਾਹ ਮੰਗਵਾ ਲਵੇ, ਚਾਹ ਤੇ ਪਾਣੀ ਜਿਹੜੇ ਪੈਰਾਮੀਟਰ ਹੈ, ਜਿਹੜੇ ਵੀ ਪੈਰਾਮੀਟਰ ਤੇ ਉਹ ਕੰਮ ਕਰਵਾ ਸਕਦਾ ਹੈ, ਕਿਸੇ ਵੀ ਪੈਰਾਮੀਟਰ ਤੇ ਉਹ ਕੰਮ ਕਰਵਾ ਸਕਦਾ ਹੈ ਔਰ ਕੋਈ ਚਾਹ ਵੀ ਪੀ ਸਕਦਾ ਹੈ ਤੇ ਕੋਈ ਪਾਣੀ ਵੀ ਲੈ ਸਕਦਾ। ਸੋ ਇਸ ਤਰੀਕੇ ਨਾਲ ਅਸੀਂ ਕੋਈ ਵੀ ਇਹਦੇ ਵਿੱਚ ਪੈਰਾਮੀਟਰਸ ਅਸੀਂ ਪਾਸ ਕਰ ਸਕਦੇ ਹਾਂ, ਚਾਹੇ ਉਹ ਨੰਬਰ ਹੋਵੇ ਚਾਹੇ ਉਹ ਸਟ੍ਰਿੰਗ ਹੋਵੇ। ਸੋ ਇਫੈਕਟ ਆਫ ਓਵਰ ਐਂਡ ਲੈਸ ਪੈਰਾਮੀਟਰਸ, ਜਦੋਂ ਅਸੀਂ ਪੈਰਾਮੀਟਰਸ ਪਾਸ ਕਰਦੇ ਹਾਂ, ਜਦੋਂ ਅਸੀਂ ਫੰਕਸ਼ਨਸ ਨੂੰ ਕਾਲ ਕਰਦੇ ਹਾਂ ਉਸ ਦੌਰਾਨ ਅਸੀਂ ਪੈਰਾਮੀਟਰਸ ਪਾਸ ਕਰਦੇ ਹਾਂ, ਜਿਹੜੇ ਪੈਰਾਮੀਟਰਸ ਜਿਹੜੇ ਹੈ ਡਿਫਾਈਨ ਫੰਕਸ਼ਨਸ ਨੂੰ ਪਾਸ ਹੋ ਜਾਂਦੇ ਨੇ। ਰਾਈਟ, ਹੁਣ ਜ਼ਿਆਦਾ ਪੈਰਾਮੀਟਰ ਤੇ ਘੱਟ ਪੈਰਾਮੀਟਰ ਪਾਸ ਕਰਨ ਦਾ ਕੀ ਇਫੈਕਟ ਹੈ। ਸੋ ਜਿਸ ਤਰ੍ਹਾਂ ਅਸੀਂ ਘੱਟ ਪੈਰਾਮੀਟਰ ਪਾਸ ਕਰਦੇ ਹਾਂ ਤਾਂ ਵੀ ਕੀ ਹੋਏਗਾ, ਅਨਡਿਫਾਈਂਡ ਆਏਗਾ। ਜੇ ਅਸੀਂ ਜ਼ਿਆਦਾ ਪੈਰਾਮੀਟਰ ਪਾਸ ਕਰਾਂਗੇ ਤਾਂ ਵੀ ਅਨਡਿਫਾਈਂਡ ਆਏਗਾ। ਜੇ ਅਸੀਂ ਬਰਾਬਰ ਪੈਰਾਮੀਟਰ ਪਾਸ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਜੋ ਵੀ ਪੈਰਾਮੀਟਰ ਪਾਸ ਕਰਾਂਗੇ ਉਹ ਐਜ਼ ਇਟ ਇਜ਼ ਸ਼ੋ ਹੋ ਜਾਣਗੇ। So you can pass less or more argument while calling function. If you pass less argument, then rest of the parameter will be undefined. ਜੇ ਤੁਸੀਂ ਘੱਟ ਪਾਸ ਕਰਦੇ ਹੋ, ਮੰਨ ਲਓ ਤੁਸੀਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ, ਸ਼ੋ ਮੈਸੇਜ ਪੈਰਾਮੀਟਰ ਦੋ ਪਾਸ ਕਰਨੇ ਸੀ, ਇੱਕ ਪਾਸ ਕੀਤਾ ਬਿਲ ਤੇ ਬਾਕੀ ਜਿਹੜੇ ਆ ਉਹ ਅਨਡਿਫਾਈਂਡ ਸ਼ੋ ਕਰ ਦੇਗਾ। If you pass more argument, then additional argument will be ignored. ਜਿਹੜੇ ਮਤਲਬ ਆਰਗੂਮੈਂਟ ਤੁਸੀਂ ਜਿਹੜੇ ਮੋਰ ਜ਼ਿਆਦਾ ਆਰਗੂਮੈਂਟ ਪਾਸ ਕਰ ਦਿੰਦੇ ਹੋ ਤੇ ਬਾਕੀ ਜਿਹੜੇ ਆਰਗੂਮੈਂਟ ਹੈਗੇ ਆ ਉਹ ਵਾਲੇ ਇਗਨੋਰ ਹੋ ਜਾਣਗੇ। ਅਗਰ ਤੁਸੀਂ ਜ਼ਿਆਦਾ ਪੈਰਾਮੀਟਰ ਪਾਸ ਕਰ ਦਿੰਦੇ ਆ ਤਾਂ ਉਹ ਜਿੰਨੇ ਵੀ ਅਲੱਗ ਤੋਂ ਜ਼ਿਆਦਾ ਪੈਰਾਮੀਟਰਸ ਹੈਗੇ ਉਹ ਸਾਰੇ ਦੇ ਸਾਰੇ ਇਗਨੋਰ ਹੋ ਜਾਣਗੇ। ਅਗਰ ਤੁਸੀਂ ਪੈਰਾਮੀਟਰ ਕੋਈ ਵੀ ਨਹੀਂ ਪਾਸ ਕਰਦੇ ਤਾਂ ਵੀ ਅਨਡਿਫਾਈਂਡ ਹੀ ਸ਼ੋ ਕਰੇਗਾ। ਸੋ ਲੈਟਸ ਟੇਕ ਐਗਜ਼ਾਮਪਲ, ਹੈਲੋ ਸਟੀਵ, ਪਹਿਲੀ ਵਾਰੀ ਫੰਕਸ਼ਨ ਕਾਲ ਹੋਇਆ ਸੀਗਾ ਜਿਹਦੇ ਵਿੱਚ ਪੈਰਾਮੀਟਰ ਜ਼ਿਆਦਾ ਪਾਸ ਕੀਤੇ ਗਏ ਸੀਗੇ, ਉਹਦੇ ਵਿੱਚੋਂ ਸਟੀਵ ਤੇ ਜੌਬ ਸ਼ੋ ਹੋ ਗਿਆ। ਸੈਕਿੰਡ, ਹੈਲੋ ਬਿਲ ਅਨਡਿਫਾਈਂਡ, ਇੱਕ ਪੈਰਾਮੀਟਰ ਪਾਸ ਕੀਤਾ ਸੀਗਾ, ਦੂਸਰਾ ਪੈਰਾਮੀਟਰ ਅਨਡਿਫਾਈਂਡ ਆ ਗਿਆ। ਐਂਡ ਚੌਥਾ, ਦੋ ਪੈਰਾਮੀਟਰ ਸੀ ਦੋਵੇਂ ਅਨਡਿਫਾਈਂਡ ਆ ਗਏ, ਅਨਡਿਫਾਈਂਡ ਐਂਡ ਅਨਡਿਫਾਈਂਡ। ਸੋ ਇਸ ਤਰੀਕੇ ਨਾਲ ਤੁਸੀਂ ਪੈਰਾਮੀਟਰਸ ਜਿਹੜੇ ਹੈਗੇ ਆ ਉਹ ਉਨੇ ਹੀ ਪਾਸ ਕਰਨੇ ਆ ਜਿੰਨੇ ਤੁਸੀਂ ਇੱਥੇ ਪੈਰਾਮੀਟਰ ਪਾਸ ਕੀਤੇ ਹੋਏ ਨੇ। ਸੋ ਪੁਆਇੰਟ ਟੂ ਰਿਮੈਂਬਰ ਕਿ ਸਾਨੂੰ ਪੁਆਇੰਟ ਕਿਹੜੇ ਕਿਹੜੇ ਯਾਦ ਰੱਖਣੇ ਚਾਹੀਦੇ। ਸਭ ਤੋਂ ਪਹਿਲਾ ਹੈ JavaScript, a function allows you to define a block of code, give it name and then execute it many times as you want.
एक बार डिफाइन कर लो तो जिन्नी बारी मर्जी उन्होंने कॉल करो। और दूसरा फंक्शन डिफाइन करने वास्ते सानू कीवर्ड की यूज लोड़ पैगी फंक्शन कीवर्ड की, नाल असीं ब्रैकेट्स नूं यूज करांगे, राउंड ब्रैकेट्स नूं। A function can include one or more parameters. ਅਸੀਂ ਪੈਰਾਮੀਟਰ ਪਾਸ ਕਰ ਸਕਦੇ ਇੱਕ ਜਾਂ ਇੱਕ ਤੋਂ ਜ਼ਿਆਦਾ। JavaScript is a loosely typed language. A function parameter can hold value of any data type. ਜਿਹੜੇ ਵੀ ਪੈਰਾਮੀਟਰ ਪਾਸ ਕਰਨੇ ਆ ਉਹਨਾਂ ਨੂੰ ਕੋਈ ਵੈਲਿਊ ਵੀ ਤੁਸੀਂ ਪਾਸ ਕਰ ਸਕਦੇ ਹੋ, ਚਾਹੇ ਉਹ ਸਟ੍ਰਿੰਗ ਹੋਵੇ, ਨੰਬਰ ਹੋਵੇ ਜਾਂ ਫਲੋਟ ਟਾਈਪ ਹੋਵੇ। You can specify less or more argument while calling function. ਜਿੰਨੇ ਵੀ ਆਰਗੂਮੈਂਟ ਤੁਸੀਂ ਮੋਰ ਜਾਂ ਲੈਸ ਕਰ ਸਕਦੇ ਹੋ, ਉਹ ਤੁਹਾਨੂੰ ਮੈਂ ਦਿਖਾਇਆ ਪਿੱਛੇ ਕਿ ਅਗਰ ਜ਼ਿਆਦਾ ਆਰਗੂਮੈਂਟ ਪਾਸ ਕਰੋਗੇ ਤਾਂ ਜਿਹੜੇ ਜਿੰਨੇ ਜ਼ਿਆਦਾ ਹੋਣਗੇ ਉਹ ਇਗਨੋਰ ਹੋ ਜਾਣਗੇ, ਜੇ ਘੱਟ ਕਰੋਗੇ ਤਾਂ ਉਹ ਅਨਡਿਫਾਈਂਡ ਆ ਜਾਏਗਾ। ਇਹ ਫੰਕਸ਼ਨ ਕੈਨ ਰਿਟਰਨ ਲਿਟਰਲ ਵੈਲਿਊ ਔਰ ਐਨ ਅਦਰ ਫੰਕਸ਼ਨ। ਫੰਕਸ਼ਨ ਰਿਟਰਨ ਕਰਦੀ ਹੈ ਲਿਟਰਲ ਵੈਲਿਊ, ਜੋ ਵੀ ਵੈਲਿਊ ਪਾਸ ਕਰੋਗੇ ਉਹ ਐਜ਼ ਇਟ ਇਜ਼ ਰਿਟਰਨ ਕਰ ਦੇਗੀ। ਇਹ ਫੰਕਸ਼ਨ ਕੈਨ ਬੀ ਅਸਾਈਨਡ ਟੂ वेरिएबल with different name। ਅਸੀਂ different name ਦੇ ਨਾਲ ਵੀ ਅਸੀਂ ਫੰਕਸ਼ਨ ਨੂੰ ਡਿਫਾਈਨ ਕਰ ਰਹੇ ਅਸਾਈਨ ਕਰ ਸਕਦੇ ਹਾਂ ਵੈਰੀਏਬਲਸ ਨੂੰ। JavaScript allows you to create anonymous function that must be assigned to a variable। anonymous मतलब ਕੀ ਹੈ ਕਿ ਬਿਨਾ ਨਾਮ ਤੋਂ ਫੰਕਸ਼ਨ, ਬੇਨਾਮ ਫੰਕਸ਼ਨ ਵੀ ਅਸੀਂ JavaScript ਦੇ ਫੰਕਸ਼ਨ ਨੂੰ ਯੂਜ਼ ਕਰਕੇ ਕਰ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਜਿੰਨਾ ਕੁਛ ਇਹਦੇ ਵਿੱਚ ਦੱਸਿਆ ਗਿਆ ਹੈ ਉਹ ਤਾਂ ਆਪ ਜੀ ਨੂੰ ਸਮਝ ਲੱਗ ਗਿਆ ਹੋਵੇਗਾ। ਸੋ ਅੱਜ ਦੇ ਲੈਕਚਰ ਵਿੱਚ ਇੰਨਾ ਹੀ। ਲਾਈਕ, ਕਮੈਂਟ ਔਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਜਲਦੀ ਤੋਂ ਜਲਦੀ ਪਹਿਲਾਂ ਮਿਲ ਜਾਣ। ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਮੈਂ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ। ਸੋ ਅੱਜ ਦੇ ਲੈਕਚਰ ਵਿੱਚ ਇੰਨਾ। ਬਹੁਤ ਬਹੁਤ ਧੰਨਵਾਦ।